ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਪੰਜਾਬ ਦੇ ਐਕਸ ਡੀਜੀਪੀ ਸਮੇਤ ਸਿੰਘ ਸੈਣੀ ਉੱਤੇ ਪਰਚਾ ਦਰਜ ਹੋ ਚੁੱਕਿਆ। ਮੋਹਾਲੀ ਦੇ ਵਿੱਚ ਮਟੌਰ ਥਾਣੇ ਦੇ ਵਿੱਚ ਇਹ ਕਿਡਨੈਪਿੰਗ ਦਾ ਪਰਚਾ ਦਰਜ ਹੋਇਆ ਬਲਵੰਤ ਸਿੰਘ ਮੁਲਤਾਨੀ ਕੇਸ ਦੇ ਵਿੱਚ, ਜੋ ਕਿ 1991 ਦੇ ਵਿੱਚ ਹੋਇਆ ਸੀ। ਤੇ ਮੇਰੇ ਨਾਲ ਇਸ ਵਕਤ ਮੌਜੂਦ ਹੈਗੇ ਨੇ ਹਾਈ ਕੋਰਟ ਦੇ ਸੀਨੀਅਰ ਵਕੀਲ RS ਬੈਂਸ, ਕਿਉਂਕਿ ਉਹਨਾਂ ਵੱਲੋਂ 2007 ਦੇ ਵਿੱਚ ਹਾਈ ਕੋਰਟ ਦੇ ਵਿੱਚ ਇਸੇ ਕੇਸ ਦੇ ਵਿੱਚ ਇੱਕ ਅਪੀਲ ਪਾਈ ਗਈ ਸੀ ਮੁਲਤਾਨੀ ਪਰਿਵਾਰ ਦੇ ਵੱਲੋਂ। ਸਰ, 2007 ਦੇ ਵਿੱਚ ਜਦੋਂ ਤੁਸੀਂ ਸ਼ੁਰੂ ਕੀਤੀ ਸੀ, ਅਪੀਲ ਪਾਈ ਸੀ, ਤਾਂ ਉਹ ਕੀ ਸੀ ਮਾਮਲਾ? देखो अपील तो बनाई फाइल की थी चंडीगढ़ एडमिनिस्ट्रेशन जी। तुसी देखा होना कि अगस्त 1991 बम ब्लास्ट होया सी ਸਮੇਤ सैनी टारगेट सी ਉਹਦਾ SSP ਚੰਡੀਗੜ੍ਹ ਸੀ ਜੀ। ਉਹਦੇ ਵਿੱਚ ਇੱਕ ਪੁਲਿਸ ਅਫਸਰ ਦੀ ਸ਼ਾਇਦ ਡੈਥ ਹੋ ਗਈ ਸੀ। ਉਸ ਬਮ ਬਲਾਸਟ ਦੇ ਕੇਸ ਦਾ ਜਿਹੜਾ ਟ੍ਰਾਇਲ ਹੋਇਆ ਸਪੈਸ਼ਲ ਕੋਰਟ ਵਿੱਚ, ਉਹਦੇ ਸਾਰੇ ਬਰੀ ਹੋ ਗਏ ਸੀ। ਉਸ ਕੇਸ ਦੀ ਅਪੀਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਹਾਈ ਕੋਰਟ ਫਾਈਲ ਕੀਤੀ ਸੀ ਲੀਵ ਟੂ ਅਪੀਲ ਕਿ ਇਹਨੂੰ ਤੁਸੀਂ ਸਾਰੇ ਬਰੀ ਹੋਇਆ, ਇਹ ਗਲਤ ਹੋਇਆ। ਉਸ ਅਪੀਲ ਦੀ ਸੁਣਵਾਈ ਦੇ ਦੌਰਾਨ ਉਸੇ ਅਪੀਲ ਦੇ ਵਿੱਚ ਉਸੇ ਕੇਸ ਵਿੱਚ 4-5 ਬੰਦਿਆਂ ਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਪ੍ਰੋਕਲੇਮਡ ਅਫੈਂਡਰ ਕਿਹਾ ਸੀ। ਪ੍ਰੋਕਲੇਮਡ ਅਫੈਂਡਰ ਕਿ ਜਿਹਨੇ ਪਕੜੇ ਨਹੀਂ ਗਏ ਬਟ ਮੁਜਰਮ ਹੈ। ਉਹਨਾਂ ਵਿੱਚੋਂ ਬਲਵੰਤ ਸਿੰਘ ਮੁਲਤਾਨੀ ਦਾ ਨਾਮ ਵੀ ਆਉਂਦਾ ਸੀ। ਉਹਨਾਂ ਵਿੱਚ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੇ ਰਿਸ਼ਤੇਦਾਰਾਂ ਦਾ ਨਾਮ ਵੀ ਆਉਂਦਾ ਸੀ। ਤੇ ਉਸ ਸੁਣਵਾਈ ਦੇ ਦੌਰਾਨ ਅਸੀਂ ਇੰਟਰਵੈਨ ਕੀਤਾ ਸੀ। ਮੈਂ ਤਾਂ ਵੈਸੇ ਕੋਰਟ ਵਿੱਚ ਬੈਠਾ ਸੀ। ਕੋਰਟ ਨੇ ਕਿਹਾ ਕਿ ਤੁਸੀਂ ਇੰਨੇ PO ਇੰਨੇ ਸਾਲ ਹੋ ਗਏ ਨੇ ਜੀ, 91 ਦਾ ਮਾਮਲਾ 2007 ਤੱਕ ਪਕੜੇ ਕਿਉਂ ਨਹੀਂ ਗਏ PO ਜੇ? ਅਤੇ ਮੈਂ ਇਹੋ ਜਿਹੇ ਬਹੁਤ ਕੇਸ ਕੀਤੇ ਆ, ਅਤੇ ਮੇਰਾ ਤਜਰਬਾ ਇਹ ਸੀ ਕਿ ਇਹਨਾਂ ਕੇਸਾਂ ਦੇ ਵਿੱਚ ਅਕਸਰ ਜਿਹੜੇ PO ਰਿਕਾਰਡ ਵਿੱਚ ਆਉਂਦੇ ਆ ਉਹ ਉਸ ਵੇਲੇ ਮਾਰ ਦਿੱਤੇ ਗਏ ਹੁੰਦੇ ਆ, ਅਤੇ PO ਤਾਂ ਰਿਕਾਰਡ ਵਿੱਚ ਰਹਿੰਦਾ। ਇਸ ਲਈ ਪੁਲਿਸ ਨੂੰ ਵੀ ਪਤਾ ਹੁੰਦਾ ਕਿ ਉਹ ਮਾਰ ਦਿੱਤੇ ਗਏ, ਇਸ ਕਰਕੇ ਕੋਈ ਐਫਰਟ ਨਹੀਂ ਕਰਦੇ, ਨਾ ਹੀ ਲੱਭਦੇ ਹੈ ਜੀ। ਅਤੇ ਜਦੋਂ ਜੱਜ ਨੇ ਕਿਹਾ ਕਿ ਤੁਸੀਂ ਇਹਨੂੰ ਰਿਟਨ ਸਬਮਿਸ਼ਨ ਦੇ ਦਿਓ, ਤਾਂ ਮੈਂ ਇੱਕ ਰਿਟਨ ਨੋਟਸ ਬਣਾ ਕੇ ਦੇ ਦਿੱਤੇ। ਫਿਰ ਅਸੀਂ ਦਰਸ਼ਨ ਸਿੰਘ ਮੁਲਤਾਨੀ ਨੂੰ ਪਤਾ ਲੱਗਾ, ਉਹ ਫਿਰ ਆਏ। ਫਿਰ ਉਹਨਾਂ ਦੇ ਬਿਹਾਫ 'ਤੇ ਅਸੀਂ ਪਟੀਸ਼ਨ ਫਾਈਲ ਕੀਤੀ ਕਿ ਜਿਹੜਾ ਉਹ ਮੁੰਡੇ ਨੂੰ ਕਿਹਾ ਤੁਸੀਂ ਪ੍ਰੋਕਲੇਮਡ ਅਫੈਂਡਰ ਐਕਚੁਅਲੀ ਉਹਨੂੰ ਮਾਰਿਆ ਗਿਆ, ਤਾਂ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਉਸ ਫਿਰ ਪਟੀਸ਼ਨ 'ਤੇ ਭੁੱਲਰ ਸਾਹਿਬ ਦੇ ਨੇ ਵੀ ਇੱਕ ਦਰਖਾਸਤ ਦੇ ਦਿੱਤੀ ਅਤੇ ਉਹਦੇ ਵਿੱਚ ਫਿਰ ਹਾਈ ਕੋਰਟ ਨੇ ਆਰਡਰ ਦਿੱਤਾ CBI ਨੂੰ ਕਿ ਤੁਸੀਂ ਪਤਾ ਕਰੋ ਸੱਚਾਈ ਕੀ ਹੈ, ਕਿ ਉਹ ਵਾਕਿਆ ਹੀ ਭੱਜੇ ਹੋਏ ਮੁਜਰਮ ਹੈ ਜਾਂ ਉਹਨਾਂ ਨੂੰ ਮਾਰ ਦਿੱਤਾ ਗਿਆ। CBI ਨੇ 8 ਮਹੀਨੇ ਦੀ ਤਫਤੀਸ਼ ਕਰਕੇ 70 ਗਵਾਹਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਇੱਕ ਕਨਕਲੂਜਨ ਦੱਸਿਆ ਹਾਈ ਕੋਰਟ ਨੂੰ ਕਿ ਦੇਖਿਓ, ਇਹਨਾਂ ਨੂੰ ਹਾਲਾਂਕਿ ਬਲਵੰਤ ਸਿੰਘ ਮੁਲਤਾਨੀ ਨੂੰ ਪਕੜਿਆ ਤਾਂ ਇੱਕ ਹੋਰ FIR ਦੇ ਵਿੱਚ ਸੀ 13 ਦਸੰਬਰ ਦਾ, ਘਰੋਂ ਚੁੱਕਿਆ ਸੀ 11 ਦਸੰਬਰ ਨੂੰ, ਅਤੇ 19 ਦਸੰਬਰ ਨੂੰ ਉਹਨੂੰ ਕਸਟਡੀ ਤੋਂ ਭੱਜਿਆ ਦਿਖਾਇਆ ਪੰਜਾਬ ਦੇ ਕੈਦੀਆਂ ਪੁਲਿਸ ਸਟੇਸ਼ਨ ਤੋਂ। ਇਸ ਕਰਕੇ CBI ਨੇ ਕਿਹਾ ਕਿ ਸਾਡੇ ਕੋਲ ਬਹੁਤ ਗਵਾਹ ਹੈ ਜਿਹਦੇ 'ਚ ਕਹਿ ਰਿਹਾ ਕਿ ਉਹਨੂੰ ਪੁਲਿਸ ਸਟੇਸ਼ਨ ਚੰਡੀਗੜ੍ਹ ਦੇ ਵਿੱਚ ਹੀ ਟੌਰਚਰ ਕੀਤਾ ਗਿਆ, ਅਤੇ ਉੱਥੇ ਵਿੱਚ ਸਭ ਸਰਕਮਸਟੈਂਸ ਦੱਸਦੇ ਕਿ ਉੱਥੇ ਉਹਦੀ ਮੌਤ ਹੋ ਗਈ, ਤਾਂ ਬਾਅਦ ਵਿੱਚ ਉਹ ਫਰਜ਼ੀ FIR ਬਣਾਇਆ ਕਿ ਉਹ ਸਕੇਪ ਕਰ ਗਿਆ। ਉਸ ਰਿਪੋਰਟ ਤੋਂ ਬਾਅਦ CBI ਨੇ ਫਿਰ FIR ਦਰਜ ਕਰ ਲਿਆ। ਉਹਦੇ ਵਿੱਚ ਸਮੇਤ ਸਿੰਘ ਸੈਣੀ ਬਾਏ ਨੇਮ ਉਹਨਾਂ ਨੇ ਨੇਮ ਕੀਤਾ, ਕੁਛ ਹੋਰ ਅਫਸਰਾਂ ਦਾ ਨਾਮ ਵੀ ਸੀ। ਅਤੇ ਜਦੋਂ ਇਹ ਹਾਲਾਤ ਆ ਗਏ, ਉਦੋਂ ਸਰਕਾਰ ਪੰਜਾਬ ਦੀ ਥੋੜ੍ਹੀ ਸਤਰਕ ਹੋਈ। ਉਹ ਗਏ ਸੁਪਰੀਮ ਕੋਰਟ ਇਸ ਫੈਸਲੇ ਦੇ ਖਿਲਾਫ। ਉਹਨਾਂ ਨੇ ਕਿਹਾ ਕਿ ਜਿਸ ਜੱਜ ਨੇ ਫੈਸਲਾ ਲਿਖਿਆ ਮਹਿਤਾਬ ਸਿੰਘ ਗਿੱਲ ਨੇ, ਉਹਦਾ ਸਮੇਤ ਸਿੰਘ ਸੈਣੀ ਨਾਲ ਜਾਤੀ ਦੁਸ਼ਮਣੀ ਹੈ, ਕਿਉਂਕਿ ਸਮੇਤ ਸਿੰਘ ਸੈਣੀ ਨੇ ਸਿੱਧੂ ਸਕੈਮ ਵਿੱਚ ਇਸ ਜੱਜ ਦੀ ਇਨਵੋਲਵਮੈਂਟ ਬਾਰੇ ਇਨਵੈਸਟੀਗੇਸ਼ਨ ਕੀਤਾ ਸੀ, ਉਹ ਇਨਵੈਸਟੀਗੇਸ਼ਨ ਟੀਮ ਦਾ ਹਿੱਸਾ ਸੀ। ਤਾਂ ਇਸ ਕਰਕੇ ਜੱਜ ਨੂੰ ਉਹ ਰੰਜਿਸ਼ ਹੈ, ਤਾਂ ਉਸ ਰੰਜਿਸ਼ ਕਰਕੇ ਉਹਨੇ ਇੱਕ ਪੁਰਾਣਾ ਕੇਸ ਅਲਾਓ ਕਰਤਾ, ਅਤੇ ਅਲਟੀਮੇਟਲੀ ਸੁਪਰੀਮ ਕੋਰਟ ਨੇ ਉਹ ਗੱਲ ਮੰਨ ਲਈ, ਅਤੇ ਉਹ ਜਿਹੜਾ CBI ਦੀ ਪ੍ਰੋਸੀਡਿੰਗ ਸਾਰੀਆਂ ਖਤਮ ਕਰਤੀਆਂ, ਅਤੇ ਕੰਪਲੇਨੈਂਟ ਪਰਿਵਾਰ ਨੇ ਕਹਿ ਦਿੱਤਾ ਕਿ ਜੇ ਤੁਹਾਨੂੰ ਕੋਈ ਹੋਰ ਤੁਸੀਂ ਪ੍ਰੋਸੀਡਿੰਗ ਸ਼ੁਰੂ ਕਰ ਸਕਦੇ ਹੋ ਤਾਂ ਕਰ ਲਓ, ਬਟ ਇਹ ਪ੍ਰੋਸੀਡਿੰਗ ਕਿਉਂਕਿ ਜੱਜ ਇੰਪਾਰਸ਼ਲ ਨਹੀਂ ਸੀ, ਅਤੇ ਇਹ ਪ੍ਰੋਸੀਡਿੰਗ ਤਾਂ ਨਹੀਂ ਚੱਲ ਸਕਦੀ। ਉਸ ਤੋਂ ਬਾਅਦ ਪਰਿਵਾਰ ਨੇ ਕੋਈ ਹੋਰ ਪ੍ਰੋਸੀਡਿੰਗ ਨਹੀਂ ਚਲਾਈਆਂ ਬੜੀ ਦੇਰ ਤੱਕ, ਕਿਉਂਕਿ ਦਰਸ਼ਨ ਸਿੰਘ ਮੁਲਤਾਨੀ ਦੀ ਡੈਥ ਹੋ ਚੁੱਕੀ ਸੀ। ਉਹਦੇ ਬ੍ਰਦਰ, ਉਹਨਾਂ ਦੇ ਦੂਜੇ ਲੜਕੇ ਨੇ ਥੋੜ੍ਹਾ ਡਰ ਗਿਆ ਸੀ, ਕਿਉਂਕਿ ਉਸ ਵੇਲੇ ਸਮੇਤ ਸਿੰਘ ਸੈਣੀ DGP ਸੀ, ਅਤੇ ਪੰਜਾਬ ਵਿੱਚ ਅਕਾਲੀ ਸਰਕਾਰ ਸੀ, ਅਤੇ ਉਹਦੇ ਵਿੱਚ ਉਹਨਾਂ ਦਾ ਬੜਾ ਬੋਲਬਾਲਾ ਸੀ। ਤਾਂ ਮੇਰੇ ਨਾਲ ਉਹਨਾਂ ਨੇ ਵੀ ਮੈਂ ਵੀ ਥੋੜ੍ਹੀ ਕੋਸ਼ਿਸ਼ ਕੀਤੀ, ਬਟ ਉਹ ਡਰੇ ਗਿਆ ਸੀ। ਅਤੇ ਉਹ ਅਚਾਨਕ ਹੁਣ 7 ਸਾਲ 2012 ਤੋਂ ਬਾਅਦ 2019 ਵਿੱਚ ਮੈਨੂੰ ਤਾਂ ਕੱਲ੍ਹ ਹੀ ਪਤਾ ਲੱਗਾ ਕਿ ਕੋਈ FIR ਦਰਜ ਹੋਇਆ ਇਸੇ ਘਟਨਾ ਬਾਰੇ ਔਰ ਇਸੇ ਵਾਰਦਾਤ ਬਾਰੇ। ਸਰ, ਪਹਿਲਾਂ ਹਾਈ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਿਆ, ਕਾਨੂੰਨੀ ਅੜਚਨਾ ਚਲੋ ਖੜੀਆਂ ਹੋ ਗਈਆਂ, ਕਿਸੇ ਤਰ੍ਹਾਂ ਕੇਸ ਕਿਸੇ ਪਾਸੇ ਨਹੀਂ ਲੱਗਿਆ, ਅਤੇ ਹੁਣ ਇੱਕ ਮਾਮੂਲੀ ਐਪਲੀਕੇਸ਼ਨ ਨਾਲ ਇਹ ਕੇਸ ਦਰਜ ਹੋ ਜਾਂਦਾ, ਅਤੇ ਉਹ ਵੀ ਇੱਕ ਉਸ DGP ਦੇ ਉੱਤੇ ਜਿਹੜਾ ਕਿ ਬੜਾ ਇਨਫਲੂਐਂਸਡ DGP ਹੈਗਾ ਪੰਜਾਬ ਦਾ।
ਤੇ ਤੁਹਾਨੂੰ ਕੀ ਲੱਗ ਰਿਹਾ ਵੀ ਇਹ ਕੀ ਗੱਲ ਹੈ? ਨਹੀਂ ਗੱਲ ਤਾਂ ਸਿੱਧੀ ਹੈ, ਸਭ ਨੂੰ ਪਤਾ ਹੈ। ਚੀਫ ਮਿਨਿਸਟਰ ਦੇ ਖਿਲਾਫ ਜਿਹੜਾ ਸਿਟੀ ਸੈਂਟਰ ਦਾ ਕੇਸ ਹੈ ਕਰਪਸ਼ਨ ਦਾ ਲੁਧਿਆਣੇ ਦਾ, ਉਹਦੇ ਵਿੱਚ ਪ੍ਰੈਜ਼ੈਂਟ ਚੀਫ ਮਿਨਿਸਟਰ ਦੀ ਪੂਰੀ ਇਨਵੋਲਵਮੈਂਟ ਹੈ। ਇਨਵੈਸਟੀਗੇਸ਼ਨ ਚਲਾਨ ਪੇਸ਼ ਹੋ ਚੁੱਕਾ ਹੈ ਤੇ ਉਹ ਜਿਹੜਾ ਉਹਨਾਂ ਨੂੰ ਦਿੱਤਾ ਹੈ ਬਰੀ ਦਾ ਆਰਡਰ, ਉਹਨੂੰ ਚੈਲੰਜ ਕੀਤਾ ਹੈ। ਆਈ ਥਿੰਕ ਸਮੇਰ ਸਿੰਘ ਸੈਣੀ ਨੇ ਚੈਲੰਜ ਕੀਤਾ ਹੈਗਾ, ਕਿਉਂਕਿ ਉਸ ਕੇਸ ਦੀ ਇਨਵੈਸਟੀਗੇਸ਼ਨ ਉਹਦੀ ਹੋਈ ਸੀ, ਉਸੇ ਦੌਰਾਨ ਹੋਈ ਸੀ। ਤੇ ਕਲੀਅਰਲੀ ਸਰਕਾਰ ਨੇ ਕਿਸੇ ਤਰੀਕੇ ਨਾਲ ਇੱਕ ਤਰ੍ਹਾਂ ਹਿੱਟ ਬੈਕ ਕੀਤਾ ਹੈ ਕਿ ਉਹਨੇ ਆਹ ਪੁਰਾਣਾ ਕੇਸ ਕੱਢ ਲਿਆ, ਤਾਂ ਉਸੇ ਕੇਸ ਦੇ ਬੇਸਿਸ 'ਤੇ ਇਹਦੀ ਸੰਭਾਵਨਾ ਕਿ ਚੱਲ ਜਾਏ ਤਾਂ ਕਾਫੀ ਮੁਸ਼ਕਿਲ ਹੈਗਾ। ਮਰ ਇਹ ਹੈ ਕਿ ਇਹ ਕੇਸ ਪਹਿਲਾਂ ਇਨਫਲੂਐਂਸ ਕਰਕੇ ਦਬਾਇਆ ਗਿਆ ਤੇ ਹੁਣ ਇਨਫਲੂਐਂਸ ਕਰਕੇ ਚਾਲੂ ਹੋ ਗਿਆ। ਤੇ ਇਹ ਕੇਸ ਆਮ ਪਰਿਵਾਰ ਦੀ ਤਾਂ ਕਿਸੇ ਨੇ ਸੁਣੀ ਨਹੀਂ, ਨਾ 91 ਵਿੱਚ ਸੁਣੀ। ਜਦੋਂ 91 ਵਿੱਚ ਫਾਦਰ ਗਏ ਸੀ, ਉਹ ਹਾਲਾਂਕਿ ਆਈਐਸ ਅਫਸਰ ਸੀ, ਜਦੋਂ ਹਾਈਕੋਰਟ ਗਏ ਤਾਂ ਹਾਈਕੋਰਟ ਨੇ ਸਿਰਫ ਐਫੀਡੇਵਿਟ ਤੇ ਮੰਨ ਲਿਆ ਸਰਕਾਰ ਦਾ ਕਿ ਜੀ ਸਾਡੇ ਕੋਲ ਨਹੀਂ ਹੈ, ਉਹਦੀ ਕੋਈ ਇਨਕੁਆਇਰੀ ਨਹੀਂ ਕਰਾਈ ਉਦੋਂ ਵੀ। 2007 ਵਿੱਚ ਪਰਿਵਾਰ ਦੀ ਗੱਲ ਨਹੀਂ ਸੀ, ਇਹ ਗੱਲ ਆ ਗਈ ਜੱਜ ਤੇ ਕਿ ਜੱਜ ਦੀ ਆਪਣੀ ਰੰਜਿਸ਼ ਤਾਂ ਉਹਨੇ ਐਫਆਈਆਰ ਦਰਜ ਕਰ ਲਿਆ। ਹੁਣ ਸਰਕਾਰ ਦੇ ਆਪਣਾ ਉੱਲੂ ਸਿੱਧਾ ਕਰਨ ਲਈ ਸਰਕਾਰ ਨੇ ਐਫਆਈਆਰ ਦੂਜਾ ਕਰਵਾਤਾ। ਤੋ ਇਹਦੇ ਵਿੱਚ ਸਾਰੇ ਕੇਸ ਦੇ ਵਿੱਚ ਵਿਕਟਮ ਵੱਲੋਂ ਔਰ ਵਿਕਟਮ ਤਾਂ ਕਿਸੇ ਨੇ ਸੁਣਵਾਈ ਹਾਲੇ ਤੱਕ ਕੀਤੀ ਨਹੀਂ, ਨਾ ਹੀ ਹਾਲਾਂਕਿ ਵਿਕਟਮ ਦੇ ਉਹ ਯੂਜ਼ ਕੀਤਾ ਗਿਆ। ਵਿਕਟਮ ਦੇ ਹੁਣ ਸਟੇਟਮੈਂਟ ਤਾਂ ਵਿਕਟਮ ਦੀ ਹੈ, ਉਹਦੇ ਭਰਾ ਦੀ ਹੈ, ਉਹਦੇ ਬੇਸਿਸ ਤੇ ਐਫਆਈਆਰ ਦਰਜ ਹੋਇਆ। ਪਰ ਅਚਾਨਕ ਪਲਵਿੰਦਰ ਸਿੰਘ ਹੈ, ਐਫਆਈਆਰ ਪਲਵਿੰਦਰ ਸਿੰਘ ਨਾਮ ਹੈ। ਤੇ ਹੁਣ ਵੈਦਰ ਇਹਦਾ ਕੁਛ ਸਿਰੇ ਚੜ੍ਹੇਗਾ ਨਹੀਂ ਚੜ੍ਹੇਗਾ, ਇੱਕ ਤਾਂ ਦੇਰ ਬਹੁਤ ਹੋ ਚੁੱਕੀ ਹੈ। ਮਗਰ ਇਸ ਕੇਸ ਵਿੱਚ ਜਿਹੜੇ ਸਬੂਤ ਹੈ ਉਹ ਕਾਫੀ ਅਵੇਲੇਬਲ ਹੈ, ਕਿਉਂਕਿ ਸਬੂਤ ਤਾਂ ਡਾਕੂਮੈਂਟਰੀ ਐਂਡ ਸਰਕਮਸਟੈਂਸ਼ੀਅਲ ਹੈ ਜੀ, ਕਿਉਂਕਿ escape FIR ਐਗਜ਼ਿਸਟ ਕਰਦਾ, ਅਰੈਸਟ FIR ਐਗਜ਼ਿਸਟ ਕਰਦਾ, ਪੁਲਿਸ ਆਪ ਮੰਨਦੀ ਹੈ ਕਿ ਉਹ ਕਸਟਡੀ ਵਿੱਚ ਸੀ। ਸੋ ਉਸ ਉਹਨਾਂ ਕੇਸਾਂ ਵਿੱਚ ਜਿਹੜੇ ਕਾਨੂੰਨ ਦਾ ਓਨਸ ਹੋ ਜਾਂਦਾ, ਪੁਲਿਸ ਤੇ ਆ ਜਾਂਦਾ ਕਿ ਤੁਸੀਂ ਐਕਸਪਲੇਨ ਕਰੋ ਕਿ ਕਿਵੇਂ ਭੱਜਿਆ ਤਾਂ ਉਸ ਤੋਂ ਬਾਅਦ ਕਿਉਂ ਨਹੀਂ ਪਕੜਿਆ ਗਿਆ, ਤਾਂ ਕਿੱਥੇ ਉਹਦਾ ਸਬੂਤ ਦੱਸੋ। ਤਾਂ ਉਹ ਬੜਾ ਔਖਾ ਹੋ ਜਾਂਦਾ ਹੈ ਇਹਨਾਂ ਕੇਸਾਂ ਵਿੱਚ, ਤੁਸੀਂ ਕਸਟਡੀ ਐਡਮਿਟ ਕਰ ਲੈਂਦੇ ਹੋ। ਮਗਰ ਇਸ ਕੇਸ ਨੂੰ ਸਿਰੇ ਚੜ੍ਹਨਾ ਤਾਂ ਬਹੁਤ ਵੱਡੀ ਗੱਲ ਹੈ, ਕਿਉਂਕਿ ਕੇਸ ਹੀ ਸ਼ੁਰੂਆਤ ਹੋਇਆ ਹੈ ਪੋਲੀਟੀਕਲ ਕੰਸੀਡਰੇਸ਼ਨ ਨਾਲ ਹੁਣ, ਤੇ ਉਹ ਫਿਰ ਹੁਣ ਹਾਇਰ ਕੋਰਟਸ ਮੇਰੇ ਹਿਸਾਬ ਨਾਲ ਤਾਂ ਇੰਟਰਫੇਅਰ ਕਰਨਗੇ ਔਰ ਕੇਸ ਨੂੰ ਚੱਲਣ ਨਹੀਂ ਦੇਣਗੇ, ਤੇ ਮੋਸਟ ਪ੍ਰੋਬਬਲੀ ਸਮੇਰ ਸਿੰਘ ਸੈਣੀ ਚੈਲੰਜ ਕਰਨਗੇ ਸੁਪਰੀਮ ਕੋਰਟ ਵਿੱਚ। ਸਰ ਦੂਸਰੀ ਗੱਲ ਇਹ ਹੈਗੀ ਹੈ ਕਿ 364 ਦੇ ਅੰਦਰ ਇਹ ਕੇਸ ਦਰਜ ਹੋਇਆ ਹੈਗਾ ਤੇ ਅਬਡਕਸ਼ਨ ਤੇ ਐਲੀਮੀਨੇਸ਼ਨ ਦਾ ਹੁੰਦਾ ਹੈ, ਤੇ ਇਹਦੇ ਵਿੱਚ ਡਾਇਰੈਕਟ 302 ਨਹੀਂ ਲਾਈ ਗਈ, ਮਤਲਬ ਇਹ ਫਾਇਦਾ ਦੇਣ ਵਾਸਤੇ ਮੁਜਰਿਮ ਨੂੰ ਕੀਤਾ ਗਿਆ ਜੀ। ਐਕਚੁਅਲੀ ਜਿਹੜਾ ਪੁਰਾਣਾ ਕੇਸ ਸੀ ਉਹ ਤਾਂ 302 ਦਾ ਹੀ ਸੀ ਜੀ। ਜਿਹੜਾ ਹੁੰਦਾ ਸਿੰਪਲ ਅਬਡਕਸ਼ਨ ਉਹ 365 ਹੁੰਦੀ ਹੈ। ਇੱਕ ਹੁੰਦੀ ਹੈ ਅਬਡਕਸ਼ਨ ਵਿਦ ਇੰਟੈਂਟ ਟੂ ਕਿਲ, ਉਹ ਹੁੰਦੀ 364। ਪਰ 364 ਦੀ ਸਜ਼ਾ ਪੂਰੀ ਉਮਰ ਕੈਦ ਦੀ ਹੁੰਦੀ ਹੈ, ਉਹ ਉਮਰ ਕੈਦ ਤੱਕ ਹੋ ਜਾਂਦੀ ਹੈ। ਜਸਵੰਤ ਸਿੰਘ ਖਾਲੜਾ ਦੇ ਕੇਸ ਵਿੱਚ ਜਿੱਥੇ ਸ਼ਰੀਰ ਨਾ ਮਿਲੇ ਉੱਥੇ ਮਰਡਰ ਬੜਾ ਔਖਾ ਸਾਬਤ ਕਰਨਾ ਹੁੰਦਾ, ਬਟ ਅਬਡਕਸ਼ਨ ਆਰਾਮ ਨਾਲ ਸਾਬਤ ਹੋ ਜਾਂਦੀ ਹੈ। ਤੇ ਜੇ ਅਬਡਕਸ਼ਨ ਹੋ ਕੇ ਬੰਦਾ ਨਾ ਪਤਾ ਲੱਗੇ ਤਾਂ ਇਨਫਰੈਂਸ ਡਰਾ ਕਰ ਸਕਦੇ ਆ, 302 ਬਣ ਸਕਦੀ ਹੈ ਜੇ ਉਸ ਤੋਂ ਬਾਅਦ ਐਵੀਡੈਂਸ ਆ ਜਾਏ ਕਿ ਉਹਨੂੰ ਕਿੱਥੇ ਮਾਰਿਆ, ਕਿੱਦਾਂ ਮਾਰਿਆ ਔਰ ਕਿਹਨੇ ਮਾਰਿਆ। ਜੇ ਐਵੀਡੈਂਸ ਆ ਜਾਂਦਾ ਫਿਰ 302 ਵਿੱਚ ਕਨਵਰਟ ਹੋ ਜਾਂਦਾ 364, ਜੇ ਨਹੀਂ ਆਉਂਦਾ ਤਾਂ 364 ਹੀ ਰਹਿੰਦੀ ਹੈ। ਪਰ 364 ਦੀ ਸਜ਼ਾ ਵੀ ਬਹੁਤ ਜ਼ਿਆਦਾ, ਉੱਥੇ ਵਿੱਚ ਵੀ ਉਨੀ ਉਮਰ ਕੈਦ ਹੋ ਸਕਦੀ ਜਿੰਨੀ 302 ਦੇ ਵਿੱਚ ਹੁੰਦੀ ਹੈ। ਇਸ ਕਰਕੇ ਇਹ ਸੈਕਸ਼ਨਾਂ ਦਾ ਬਾਹਲਾ ਪਤਾ ਨਹੀਂ ਲੱਗਦਾ। ਤਾਂ ਜਦੋਂ ਇਹ ਚਲਾਨ ਪੇਸ਼ ਕਰਨਗੇ ਉਹਦੇ 'ਚ ਕੀ ਐਵੀਡੈਂਸ ਹੋਏਗਾ, ਉਸ ਬੇਸ 'ਤੇ ਜੱਜ ਫਿਰ ਚਾਰਜ ਲਾਏਗਾ ਕਿ 364 ਦਾ ਕੇਸ ਹੈ ਜਾਂ 302 ਦਾ ਕੇਸ। ਸਰ ਦੂਸਰੀ ਗੱਲ ਇਹ ਸੀਗੀ ਕਿ ਇਹ 2 ਦਿਨ ਪਹਿਲਾਂ ਕੇਸ ਦਰਜ ਹੋਇਆ ਤੇ ਕੱਲ ਸੈਣੀ ਸਾਹਿਬ ਨੂੰ ਪਤਾ ਚੱਲਿਆ ਹੋਣਾ, ਤਾਂ ਸੈਣੀ ਸਾਹਿਬ ਚੰਡੀਗੜ੍ਹ ਤੋਂ ਨਿਕਲ ਗਏ, ਮਤਲਬ ਉਹਨਾਂ ਨੂੰ ਇੱਕ ਮੌਕਾ ਦਿੱਤਾ ਗਿਆ, ਉਹਨਾਂ ਦੀ ਅਰੈਸਟ ਨਹੀਂ ਦਿਖਾਈ ਗਈ ਤੇ ਕਹਿੰਦੇ ਉਹਨਾਂ ਨੂੰ ਰੋਕਿਆ ਵੀ ਗਿਆ ਹਿਮਾਚਲ ਪ੍ਰਦੇਸ਼ ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਉਹ ਪਤਾ ਨਹੀਂ ਅਜੇ ਕਿਹੜੇ ਪਾਸੇ ਗਏ ਹੋਏ ਨੇ। ਚਲੋ ਵੈਸੇ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਜੇ ਸਰਕਾਰ ਕਿਸੇ ਕੇਸ ਨੂੰ ਦਰਜ ਕਰ ਲੈਂਦੀ ਹੈ ਚੋਰੀ ਚੁਬੀਤੇ 29 ਸਾਲ ਬਾਅਦ, ਤਾਂ ਫਿਰ ਉਹਨਾਂ ਨੇ ਇੰਨੀ ਪ੍ਰੀਕਾਸ਼ਨ ਨਹੀਂ ਲਈ ਕਿ ਉਹਨਾਂ ਦਾ ਆਪਣਾ DGP ਹੈ, ਜ਼ੈਡ ਸਿਕਿਉਰਿਟੀ ਦੇ ਵਿੱਚ ਹੈ, ਤਾਂ ਫਿਰ ਇਹ ਕਹਿਣ ਕਿ ਜੇ ਅਸੀਂ ਅਰੈਸਟ ਨਹੀਂ ਕਰ ਸਕੇ ਤਾਂ ਸਾਨੂੰ ਚਕਮਾ ਦੇ ਕੇ ਭੱਜ ਗਏ। ਸੋ ਇਹਨਾਂ ਕੇਸਾਂ ਵਿੱਚ ਅਕਸਰ ਸਰਕਾਰ ਜੋ ਕਹਿੰਦੀ ਹੈ ਸੱਚ ਗੱਲ ਨਹੀਂ ਹੁੰਦੀ। ਇਹ ਸਰਕਾਰ ਮੇਰੇ ਹਿਸਾਬ ਨਾਲ ਤਾਂ ਇੱਕ ਮੈਸੇਜ ਦੇਣਾ ਚਾਹੁੰਦੀ ਹੈ ਸਮੇਰ ਸਿੰਘ ਸੈਣੀ ਨੂੰ ਕਿ ਜੇ ਉਹ ਸਰਕਾਰ ਦੇ ਖਿਲਾਫ ਕੋਈ ਕਾਰਵਾਈ ਸੋਚ ਰਹੇ ਹੈ ਜਾਂ ਉਹਨਾਂ ਕੋਲ ਕੋਈ ਸਬੂਤ ਹੈ ਜਾਂ ਉਹਨਾਂ ਨੇ ਕੀਤੀ ਹੈ, ਉਹਨੂੰ ਵਾਪਸ ਲੈ ਲੈਣ ਤਾਂ ਕਿ ਸਰਕਾਰ ਫਿਰ ਇਹ ਕੇਸ ਵੀ ਖਤਮ ਕਰ ਦੇਗੀ। ਇਹੋ ਜਿਹਾ ਮੈਨੂੰ ਲੱਗ ਰਿਹਾ ਇਸ ਵੇਲੇ, ਕਿਉਂਕਿ ਪਰਿਵਾਰ ਦੀ ਤਾਂ ਉਦੋਂ ਹੁਣ 7 ਸਾਲ ਬਾਅਦ ਪਰਿਵਾਰ ਦੀ ਕਿਹਨੇ ਸੁਣਨੀ ਸੀ, ਜਾਂ 29 ਸਾਲ ਬਾਅਦ ਪਰਿਵਾਰ ਨੂੰ ਕਿਹਨੇ ਸੁਣਨੀ ਸੀ ਜੋ ਪਹਿਲਾਂ ਨਹੀਂ ਕਦੀ ਸੁਣਿਆ। ਤੇ ਇਸ ਕਰਕੇ ਮਨਸ਼ਾ ਤਾਂ ਕਲੀਅਰਲੀ ਹੈ ਕਿ ਇਹ ਰਾਜਨੀਤਿਕ ਕਾਰਨਾਂ ਕਰਕੇ ਰਾਜਨੀਤਿਕ ਸ਼ਕਤੀਆਂ ਨੇ ਕਰਵਾਇਆ ਹੈ। ਮਗਰ ਦੂਸਰੇ ਪਾਸੇ ਉਹ ਅਫਸਰ ਨੇ ਵੀ ਇਹ ਡਿਲੇ ਕਰਵਾਇਆ ਸੀ ਆਪਣੀ ਸ਼ਕਤੀ ਨਾਲ, ਤੇ ਉਦੋਂ ਵੀ ਉਹ ਪੋਲੀਟੀਕਲ DGP CSI ਸਰਕਾਰ ਉਹਨਾਂ ਨੂੰ ਸਪੋਰਟ ਕਰਦੀ ਸੀ। ਸੋ ਇਨ ਈਦਰ ਕੇਸ ਪਹਿਲਾਂ ਵੀ FIR ਪਰਿਵਾਰ ਕਰਕੇ ਨਹੀਂ ਮੈਨੇਜ ਹੋਇਆ ਤੇ ਹਲੇ ਵੀ FIR ਪਰਿਵਾਰ ਕਰਕੇ ਨਹੀਂ ਹੋਇਆ। ਹੁਣ ਟਰਾਇਲ ਪਰਿਵਾਰ ਤਾਂ ਕੀ ਕਰ ਸਕਦਾ ਹੈ,
ਕਿਉਂਕਿ ਪਰਿਵਾਰ ਨੂੰ ਤਾਂ ਬੜਾ ਮੁਸ਼ਕਿਲ ਹੋਏਗਾ। ਹੁਣ ਸੈਣੀ ਸਾਹਿਬ ਸੁਪਰੀਮ ਕੋਰਟ ਵਿੱਚ ਕੇਸ ਕਰਨਗੇ, ਉਹ ਵੀ ਉਹਦੀ ਡਿਫੈਂਸ ਕਰਨਾ ਵੀ ਪਰਿਵਾਰ ਲਈ ਬਹੁਤ ਮੁਸ਼ਕਿਲ ਹੈ ਜੀ। ਕਿਉਂਕਿ ਪਹਿਲਾਂ ਵੀ ਬੜਾ ਮੁਸ਼ਕਿਲ ਹੋਇਆ ਸੀ। ਹਾਲਾਂਕਿ ਸੁਪਰੀਮ ਕੋਰਟ ਵਿੱਚ ਅਸੀਂ ਪਾਰਟੀ ਸੀ, ਉਹਨਾਂ ਦੇ ਪਿਤਾ ਜੀ, ਅਸੀਂ ਜਵਾਬ ਵੀ ਦਾਇਰ ਕੀਤਾ ਸੀ, ਪਰ ਅਸੀਂ ਚੰਗੀ ਤਰ੍ਹਾਂ ਬਹਿਸ ਨਹੀਂ ਕਰ ਸਕੇ ਕਿਉਂਕਿ ਬੜਾ ਔਖਾ ਹੁੰਦਾ ਹੈ, ਉਹ ਅਫੋਰਡ ਨਹੀਂ ਕਰ ਸਕਦੇ ਸੀ ਕੋਈ ਵੱਡਾ ਵਕੀਲ ਉੱਥੇ ਸੁਪਰੀਮ ਕੋਰਟ ਵਿੱਚ, ਤੇ ਸਾਨੂੰ ਇੱਥੇ ਹਾਈ ਕੋਰਟ ਵਿੱਚ ਅਸੀਂ ਬਣਾ ਕੇ ਭੇਜਿਆ ਸੀ। ਤਾਂ ਇਹਨਾਂ ਹਾਲਾਤਾਂ ਵਿੱਚ ਪਰਿਵਾਰ ਲਈ ਤਾਂ ਬਹੁਤ ਮੁਸ਼ਕਿਲ ਹੋਏਗਾ ਕਿ ਕਿਸੇ ਨਤੀਜੇ 'ਤੇ ਪਹੁੰਚਣ। ਐਂਡ ਸਰਕਾਰ ਦੀ ਜਿਹੜੀ ਲਾਈਫ ਟਾਈਮ 2 ਸਾਲ ਰਹਿ ਗਈ ਹੈ, ਤਾਂ ਇਸ ਕਰਕੇ ਪੰਜਾਬ ਦਾ ਸਰਕਾਰਾਂ ਦਾ ਹਮੇਸ਼ਾ ਕਈ ਵਾਰੀ ਮੋਟਿਵ ਕਲੀਅਰ ਨਹੀਂ ਹੁੰਦੇ ਕਿ ਉਹ ਕਿਉਂ ਉਹਨਾਂ ਨੇ ਕੀਤਾ। ਕਲੀਅਰਲੀ ਇਹ ਸਿਰਫ ਕ੍ਰਾਈਮ ਨੂੰ ਪਨਿਸ਼ਮੈਂਟ ਦੇਣ ਲਈ ਤਾਂ ਨਹੀਂ ਲੱਗਦਾ, ਜਾਂ ਉਹਨਾਂ ਨੇ ਵਿਕਟਮ ਪਰਿਵਾਰ ਦੀ ਸੁਣ ਲਈ। ਇਹ ਤਾਂ ਮਤਲਬ ਕਾਨੂੰਨੀ ਮਾਹਰ ਹੋਣ ਦੇ ਨਾਤੇ ਤੁਸੀਂ ਕਹਿ ਸਕਦੇ ਹੋ ਵੀ ਇਹ ਕੇਸ ਸਿਰੇ ਨਹੀਂ ਚੜ ਰਿਹਾ। ਸਿਰੇ ਚੜ੍ਹਦਾ ਦਿਖਦਾ ਨਹੀਂ ਹੈ ਜਿੱਦਾਂ ਦੀ ਸਰਕਾਰ ਦੀ ਮਨਸ਼ਾ ਹੈ। ਬਹੁਤ ਬਹੁਤ ਸ਼ੁਕਰੀਆ ਬੈਂਸ ਸਾਹਿਬ। ਸੋ ਤੁਸੀਂ ਸੁਣਿਆ ਕਿ ਆਰ.ਐਸ. ਬੈਂਸ ਸਾਹਿਬ ਨੇ ਕੀ ਕਿਹਾ ਹੈਗਾ ਕਿ ਉਸ ਪਰਿਵਾਰ ਦੀ ਪਹਿਲਾਂ ਵੀ ਨਹੀਂ ਸੀ ਸੁਣੀ ਗਈ, ਹੁਣ ਵੀ ਉਸ ਪਰਿਵਾਰ ਨੂੰ ਸ਼ਾਇਦ ਨਹੀਂ ਸੁਣੀ ਗਈ ਹੋਵੇਗੀ। ਇਹ ਕੇਸ ਸਰਕਾਰੀ ਪਾਵਰਾਂ ਨੇ, ਜਿਹੜੀਆਂ ਪੋਲੀਟੀਕਲ ਪਾਵਰਾਂ ਨੇ, ਉਹਨਾਂ ਦੇ ਵਿੱਚ ਆ ਕੇ ਫਸ ਚੁੱਕਿਆ ਹੈ। ਤੇ ਇਸ ਕੇਸ ਦਾ ਮੋਟਿਵ ਹੈ ਜਿਹੜਾ, ਉਹ ਪਰਿਵਾਰ ਨੂੰ ਸ਼ਾਇਦ ਇਨਸਾਫ ਦਿਲਾਉਣਾ ਨਹੀਂ ਹੈ, ਕੁਝ ਹੋਰ ਹੀ ਹੈ। ਜਦੋਂ ਇਹ ਕੇਸ ਅਦਾਲਤਾਂ ਵਿੱਚ ਪਹੁੰਚੇਗਾ ਉਦੋਂ ਹੀ ਪਤਾ ਚੱਲੇਗਾ ਕਿ ਇਹ ਕਾਨੂੰਨੀ ਮਾਹਰਾਂ ਦੇ ਜਦੋਂ ਪੇਚ ਪੈਣਗੇ ਇਸ ਕੇਸ ਦੇ ਉੱਤੇ ਕਿ ਇਸ ਕੇਸ ਦੇ ਵਿੱਚ ਕੀ ਕਮੀਆਂ ਨੇ, ਕੀ ਪੇਸ਼ੀਆਂ ਨੇ। ਵਾਕਈ ਕੇਸ 1991 ਦਾ ਹੈਗਾ ਤੇ ਇਸ ਕੇਸ ਨੂੰ ਜਿਹੜਾ ਪ੍ਰੂਵ ਕਰਨਾ ਹੈਗਾ ਅਦਾਲਤ ਦੇ ਵਿੱਚ, ਉਹ ਬੜਾ ਮੁਸ਼ਕਲ ਕੰਮ ਹੋਏਗਾ। ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਚੰਡੀਗੜ੍ਹ।